ਤਨਖਾਹਾਂ ਨਾ ਮਿਲਣ ਦੇ ਰੋਸ ਦੇ ਵਿੱਚ ਮੁਲਾਜ਼ਮਾਂ ਵੱਲੋਂ ਪੀਆਰਟੀਸੀ ਡਿਪੂ ਦੇ ਬਾਹਰ ਗੇਟ ਰੈਲੀ ਕੀਤੀ ਗਈ। ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਨੇ ਦੱਸਿਆ ਕਿ ਹਰ ਮਹੀਨੇ ਉਹਨਾਂ ਨੂੰ ਆਪਣੀਆਂ ਤਨਖਾਹਾਂ ਧਰਨਾ ਲਗਾ ਕੇ ਲੈਣੀਆਂ ਪੈਂਦੀਆਂ ਹਨ। ਜਦੋਂ ਮੈਨੇਜਮੈਂਟ ਦੇ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਸਰਕਾਰ ਨੇ ਅਜੇ ਕੋਈ ਵੀ ਫੰਡ ਜਾਰੀ ਨਹੀਂ ਕੀਤਾ, ਜਿਸ ਕਾਰਨ ਉਹਨਾਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦੀ ਗੇਟ ਰੈਲੀ ਜਿਹੜੀ ਹੈਗੀ ਆ ਜੀ ਸਾਡੀ ਪੀਆਰਟੀਸੀ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਾਮਲ ਸੀ। ਉਹਨਾਂ ਵੱਲੋਂ ਜਿਹੜੀ ਅੱਜ ਦੀ ਗੇਟ ਰੈਲੀ ਆ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਮੁੱਖ ਰੱਖ ਕੇ, ਜਿਹੜੀ ਮੁਲਾਜ਼ਮਾਂ ਦੀ ਤਨਖਾਹ ਹੈ ਕਿੱਥੇ 1 ਤਰੀਕ ਤੋਂ ਜਾਂ ਪਹਿਲੇ ਹਫ਼ਤੇ ਲਗਭਗ ਹੈਗੀ ਆ ਉਹ ਆ ਜਾਣੀ ਚਾਹੀਦੀ ਹੁੰਦੀ ਹੈ। ਪਰ ਜਦੋਂ ਤੋਂ ਨਵੀਂ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ 4-5 ਮਹੀਨੇ ਹੋ ਚੁੱਕੇ ਨੇ। ਜਿਹੜੀ ਮੁਲਾਜ਼ਮਾਂ ਦੀ ਤਨਖਾਹ ਲਗਾਤਾਰ ਇੱਕ ਮਹੀਨਾ ਲੇਟ ਆਉਂਦੀ ਹੈਗੀ ਹੈ। ਪਿਛਲੀ ਤਨਖਾਹ ਵੀ ਸਾਨੂੰ ਧਰਨੇ ਦੇ ਕੇ ਲਗਾਤਾਰ ਧਰਨੇ ਮੁਜ਼ਾਹਰੇ ਕਰਕੇ ਜਿਹੜੀ ਹੈਗੀ ਹੈ 29 ਤਰੀਕ ਨੂੰ ਤਨਖਾਹ ਪਾਈ ਗਈ ਸੀਗੀ, ਪਰ ਅੱਜ ਵੀ ਉਹੀ ਹਾਲਾਤ ਲੱਗ ਰਹੇ ਨੇ। ਅੱਜ ਵੀ 7-8 ਤਰੀਕ ਹੋ ਚੱਲੀ ਹੈ, ਪਰ ਫਿਰ ਵੀ ਮੈਨੇਜਮੈਂਟ ਵੱਲੋਂ ਤਨਖਾਹ ਦੀ ਹਜੇ ਕੋਈ ਵਾਅਦਾ ਹੀ ਨਹੀਂ ਲੱਗ ਰਹੀ। ਉਹਦੇ ਰੋਸ ਵਜੋਂ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਮੁਲਾਜ਼ਮ, ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ ਤੇ ਪੈਨਸ਼ਨਰ ਸਾਥੀ ਜਿਹੜੇ ਹੈਗੇ ਆ ਉਹ ਇੱਥੇ ਤਨਖਾਹਾਂ ਦੀ ਸਮੇਂ ਸਿਰ ਅਤੇ ਪੈਨਸ਼ਨਾਂ ਦੀ ਮੰਗ ਨੂੰ ਸਮੇਂ ਸਿਰ ਪਾਉਣ ਵਾਸਤੇ ਜਿਹੜਾ ਹੈਗਾ ਉਹ ਇੱਥੇ ਅੱਜ ਗੇਟ ਰੈਲੀ ਕੀਤੀ ਸੀ। ਜਿਹੜਾ ਮੈਨੇਜਮੈਂਟ ਆ ਲੇਟ ਤਨਖਾਹ ਆਉਂਦਾ ਕੀ ਕਰਦਾ? ਮੈਨੇਜਮੈਂਟ ਤਾਂ ਇਹ ਕਹਿ ਰਹੀ ਹੈ ਜੀ ਵੀ ਸਰਕਾਰ ਵੱਲੋਂ ਸਾਨੂੰ ਜਿਹੜਾ ਹੈਗਾ ਵੀ ਉਹ ਪੇਮੈਂਟ ਜਿਹੜੀ ਲੇਡੀਜ਼ ਫ੍ਰੀ ਸਫ਼ਰ ਕੀਤਾ ਹੋਇਆ ਵੀ ਉਹਦੀ ਪੇਮੈਂਟ ਜਿਹੜੀ ਸਰਕਾਰ ਵੱਲੋਂ ਸਾਨੂੰ ਸਮੇਂ ਸਿਰ ਨਹੀਂ ਆ ਰਹੀ। ਜਿਹੜਾ ਸਾਡਾ ਬਜਟ ਹੈ ਵੀ ਉਹਦੇ ਕਰਕੇ ਹਿੱਲਿਆ ਹੋਇਆ। ਪਰ ਮੈਂ ਇਹ ਸਮਝਦਾ ਕਿ ਜਦੋਂ ਪੀਆਰਟੀਸੀ ਦੀ ਇਨਕਮ ਲਗਭਗ 60-65 ਲੱਖ ਰੁਪਇਆ ਸੀਗੀ ਡੇਲੀ ਦੀ ਓਵਰਆਲ, ਉਦੋਂ ਤਨਖਾਹਾਂ ਸਮੇਂ ਸਿਰ ਜੀ ਆ ਰਹੀਆਂ ਸੀ। ਅੱਜ ਤਾਂ ਪੀਆਰਟੀਸੀ ਦੀ ਇਨਕਮ 1.5 ਕਰੋੜ ਦੇ ਲਗਭਗ ਹੈ। ਅੱਜ ਡਿੱਕਾ ਕਿਉਂ ਪੈ ਰਿਹਾ? ਦੂਜੀ ਗੱਲ, ਜਿੱਥੇ ਮੈਂ ਇਹ ਸਮਝਦਾ ਵੀ ਮੈਨੇਜਮੈਂਟ ਦੀ ਇੱਕ ਜ਼ਿੰਮੇਵਾਰੀ ਹੈ, ਜੇ ਆਪਾਂ ਘਰੇ ਲੇਬਰ ਲਾਉਣੇ ਆ, ਜੇ ਉਹਨੇ ਕੰਮ ਕੀਤਾ ਹੈ ਤੇ ਅਸੀਂ ਉਹਨੂੰ ਸ਼ਾਮ ਨੂੰ ਇਹ ਕਹੀਏ ਵੀ ਤੂੰ ਕੰਮ ਕੀਤਾ, ਸਾਡੇ ਕੋਲੇ ਪੈਸੇ ਹੈ ਨਹੀਂ, ਜਦੋਂ ਪੈਸੇ ਆ ਕੇ ਦੇਵਾਂਗੇ, ਤੇ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਹਾਸੋਹੀਣੀ ਗੱਲ ਹੈ। ਕਿਉਂਕਿ ਇੱਕ ਲਿਖਿਆ ਹੈਗਾ ਕਿਸੇ ਨੇ, ਉਹ ਕਹਿੰਦਾ ਵੀ ਮਜ਼ਦੂਰ ਦੀ ਤਨਖਾਹ ਉਹਦਾ ਪਸੀਨਾ ਸੁੱਕਣ ਤੋਂ ਜਿਹੜੀ ਕਿ ਉਹਦੀ ਹੈਗੀ ਆ ਉਜਰਤ ਉਹ ਮਿਲ ਜਾਣੀ ਚਾਹੀਦੀ ਹੈ। ਮੈਂ ਇਹ ਸਮਝਦਾ ਇੱਥੇ ਮਹੀਨਾ ਜਿਹੜਾ ਲੇਟ ਹੋ ਜਾਂਦੀ ਹੈ ਇਹ ਨਿਰਾ ਹੈਗਾ ਸ਼ੋਸ਼ਣ ਹੈ, ਧੱਕੇਸ਼ਾਹੀ ਹੈ। ਇੱਥੇ ਮੈਂ ਨਾਲ ਦੀ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਅਸੀਂ ਸਵਾਗਤ ਕਰਦੇ ਹਾਂ ਸਰਕਾਰ ਦਾ, ਜਿਹੜਾ ਉਹਨੇ ਲੋਕਾਂ ਨੂੰ ਫ੍ਰੀ ਸਹੂਲਤ ਦੇ ਰਹੇ ਆ, ਜੋ ਉਹਨਾਂ ਨੇ ਦਿੱਤੀ ਹੋਈ ਹੈ ਸਹੂਲਤ, ਜਿਹੜਾ ਉਹਦਾ ਕਲੇਮ ਬਣਦਾ ਹੈ, ਉਹ ਕਲੇਮ ਜਿਹੜਾ ਹੈਗਾ ਸਾਡੇ ਅਦਾਰੇ ਨੂੰ, ਟਰਾਂਸਪੋਰਟ ਅਦਾਰੇ ਨੂੰ ਸਮੇਂ ਸਿਰ ਪ੍ਰੋਵਾਈਡ ਕਰਵਾਉਂਦੀ ਰਹੇ, ਤਾਂ ਕਿ ਜਿਹੜਾ ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਆਉਂਦੀ ਰਹੇ। ਤੇ ਜੋ ਅਦਾਰੇ ਦੇ ਖਰਚੇ ਨੇ, ਡੀਜ਼ਲ ਦਾ ਖਰਚਾ ਹੋ ਗਿਆ, ਸਪੇਅਰ ਪਾਰਟ ਦਾ ਖਰਚਾ ਹੋ ਗਿਆ, ਜਾਂ ਸਟੇਸ਼ਨਰੀ ਜਾਂ ਹੋਰ ਖਰਚੇ ਨੇ ਜਿਹੜੇ, ਉਹ ਖਰਚੇ ਸਮੇਂ ਸਿਰ ਜਿਹੜੇ ਹੈਗੇ ਆਪਣਾ ਅਦਾਰਾ ਬਚਿਆ ਰਹੇ। ਪਰ ਮੈਨੂੰ ਇਹ ਲੱਗ ਰਿਹਾ ਹੈ ਵੀ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਵੀ ਜਿਹੜੀ ਹੈਗੀ ਆ ਪਿਛਲੀਆਂ ਸਰਕਾਰਾਂ ਵਾਂਗੂ ਇਹਨੂੰ ਡੋਬਣ ਦੀ ਹੋਈ ਹੈ। ਪ੍ਰਾਈਵੇਟੇਸ਼ਨ ਨੂੰ ਜਿਹੜਾ ਹੈਗਾ ਬੜਾਵਾ ਦੇਣ ਦੀ ਪਾਲਿਸੀ ਆ ਵੀ ਸਰਕਾਰੀ ਅਦਾਰੇ ਜਿਵੇਂ ਖਤਮ ਕਰਨ ਜਾ ਰਹੀ ਹੈ। ਲਗਭਗ ਸਾਰੇ ਸਰਕਾਰੀ ਅਦਾਰੇ ਨੇ, ਹਸਪਤਾਲ ਹੋ ਗਏ, ਟਰਾਂਸਪੋਰਟ ਹੋ ਗਿਆ, ਸਕੂਲ ਹੋ ਗਏ, ਹੋਰ BSNL ਹੋ ਗਿਆ, ਰੇਲਵੇ ਹੋ ਗਏ, ਹੋਰ ਏਅਰਪੋਰਟ ਵੇਚੇ ਜਾ ਰਹੇ ਨੇ। ਜਿੱਦਾਂ ਉਸੇ ਲੜੀ ਦਾ ਹੀ ਹਿੱਸਾ ਹੈ, ਉਸੇ ਪਾਲਿਸੀ ਦਾ ਹਿੱਸਾ ਹੈ ਕਿ ਟਰਾਂਸਪੋਰਟ ਨੂੰ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਉਹ ਘਾਟੇ ਵੱਲ ਧੱਕ ਕੇ ਲਿਜਾ ਕੇ ਇੱਕ ਦਿਨ ਬੰਦ ਕਰਨ ਦੀ ਪਾਲਿਸੀ ਹੈਗੀ ਆ, ਜਿਹਦਾ ਅਸੀਂ ਸਖਤ ਸ਼ਬਦਾਂ 'ਚ ਵਿਰੋਧ ਵੀ ਕਰਦੇ ਹਾਂ। ਤੇ ਮੁਲਾਜ਼ਮ ਜਿਹੜੇ ਹੈਗੇ ਆ ਇਸ ਮੰਗ ਤੇ, ਜਿਹੜੀ ਲੋਕਾਂ ਨਾਲ ਜੁੜੀ ਹੋਈ ਮੰਗ ਹੈ ਤੇ ਜਿਹੜੀ ਲੋਕਾਂ ਦੇ ਰੁਜ਼ਗਾਰ ਨਾਲ ਜੁੜੀ ਹੋਈ ਮੰਗ ਹੈ, ਉਹਦੇ ਤੌਰ ਤੇ ਇਕੱਠੇ ਨੇ ਲੋਕ ਜਿਹੜੇ ਹੈਗੇ ਆ ਸਰਕਾਰੀ ਅਦਾਰਿਆਂ ਨੂੰ ਬੰਦ ਹੋਣ ਤੋਂ ਬਚਾਉਣ ਵਾਸਤੇ ਆਪਣਾ ਜਿਹੜਾ ਸੰਘਰਸ਼ ਉਹ ਲਗਾਤਾਰ ਜਾਰੀ ਰੱਖ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ। ਅਗਲਾ ਐਕਸ਼ਨ ਕੀ ਹੈ? ਅਗਲਾ ਐਕਸ਼ਨ ਇਹ ਹੈ ਜੀ, ਜੇ ਸਰਕਾਰ ਮੈਨੇਜਮੈਂਟ ਸਮੇਂ ਸਿਰ ਤਨਖਾਹ ਨਹੀਂ ਪਾਉਂਦੀ ਤਾਂ 16 ਤਰੀਕ ਨੂੰ ਜਿਹੜਾ ਹੈਗਾ ਉਹ ਪਟਿਆਲੇ ਐਕਸ਼ਨ ਕਮੇਟੀ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈਗਾ ਧਰਨੇ ਦਾ, ਉਹ ਸੰਘਰਸ਼ ਜਿਹੜੇ ਹੈਗੇ ਉਹਦੇ ਵਿੱਚ ਵੀ ਹਿੱਸਾ ਬਣਨਗੇ ਸਾਰੇ। ਜੇ ਫਿਰ ਵੀ ਤਨਖਾਹ ਨਹੀਂ ਪੈਂਦੀ ਫਿਰ ਜੋ ਪ੍ਰੋਗਰਾਮ ਲਿਖਿਆ ਜਾਊਗਾ ਸਾਰੇ ਰਲ ਕੇ ਉਹ ਲਿਖਾਂਗੇ, ਉਹ ਤੇ ਫਿਰ ਜਿਹੜਾ ਹੈਗਾ ਸੰਘਰਸ਼ ਕਰਾਂਗੇ। ਗੇਟ ਰੈਲੀ ਕਰਨ ਦੀ ਵਜ੍ਹਾ ਇਹ ਹੈ ਜੀ, ਪਿਛਲੇ ਮਾਰਚ ਮਹੀਨੇ ਤੋਂ ਲੈ ਕੇ 7ਵੇਂ ਮਹੀਨੇ ਤੱਕ ਜਿਹੜੀ ਸਮੇਂ ਦੀ ਸਰਕਾਰ ਹੈ, ਜਿਹੜੀ ਇਹ ਕਹਿੰਦੀ ਹੈ ਵੀ ਅਸੀਂ ਇਸ ਮਹਿਕਮੇ ਤੋਂ ਇੰਨੇ % ਵਾਧਾ ਕੀਤਾ, ਇਹਦੇ 'ਚੋਂ ਇੰਨੇ % ਕਮਾਈ ਵੱਧ ਕੀਤੀ ਹੈ, ਪਰ ਪੀਆਰਟੀਸੀ ਹੈ ਜਿਹੜਾ ਸਾਡਾ 200-250 ਕਰੋੜ ਰੁਪਈਆ ਜਿਹੜਾ ਮੁਕਤ ਸਫ਼ਰ ਕਰਾ ਰਹੀ ਹੈ, ਉਹ ਹੋਣ ਦੇ ਬਾਵਜੂਦ ਵੀ ਸਾਡੀਆਂ ਪੈਨਸ਼ਨਾਂ, ਤਨਖਾਹਾਂ ਕਦੇ 19 ਨੂੰ ਪਾਤੀ, ਕਦੇ 18 ਨੂੰ ਪਾਤੀ, ਕਦੇ 29 ਨੂੰ ਪਾਤੀ। ਸਾਨੂੰ ਹੁਣ ਐਂ ਲੱਗਦਾ ਹੈ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਇਹ ਨਾ ਹੋ ਸਕੇ ਕਿ 1 ਮਹੀਨਾ 2 ਮਹੀਨੇ ਦੀ ਸਰਕਾਰ ਆਪਣੇ ਖਜ਼ਾਨੇ ਵਿੱਚ ਹੀ ਜਮ੍ਹਾਂ ਰੱਖੇ। ਦੂਸਰਾ ਇਹ ਹੈ ਵੀ ਸਾਡੀ ਸਰਕਾਰ ਹੈ ਜਿਹੜੀ, ਇਹਨੇ ਸਾਡੇ ਨਾਲ ਕਈ ਵਾਅਦੇ ਕੀਤੇ ਸੀ ਵੀ ਤੁਹਾਡੇ ਜਿਹੜੇ ਕੱਚੇ ਵਰਕਰ ਹੈ ਪੱਕੇ ਕੀਤੇ ਜਾਣਗੇ, ਤੁਹਾਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਪੈਣੀ, ਤੁਹਾਨੂੰ ਹੜਤਾਲਾਂ 'ਤੇ ਨਹੀਂ ਜਾਣਾ ਪੈਣਾ। ਪਰ ਹੁਣ ਇਹ ਆਪ ਹੀ ਸਾਨੂੰ ਇੰਨਾ ਤੰਗ ਕਰ ਰਹੀ ਹੈ, ਜਿਵੇਂ ਕਿਸੇ ਬਜ਼ੁਰਗ ਨੇ ਕੋਈ ਦਵਾਈ ਲੈਣੀ ਹੁੰਦੀ ਹੈ, ਕਿਸੇ ਦੇ ਬੱਚਿਆਂ ਨੇ ਕਿਸੇ ਸਕੂਲ ਦੇ ਵਿੱਚ ਕਿਸੇ ਨੂੰ ਫੀਸ ਦੇਣੀ ਹੁੰਦੀ ਹੈ,
ਸੋ ਇਸ ਕਰਕੇ ਜਿਹੜੀ ਸਾਡੀ ਤਨਖਾਹ ਹੈ ਇਹਨੂੰ ਇਹ ਮੈਨੂੰ ਲੱਗਦਾ ਵੀ 2-3 ਕਿਸ਼ਤਾਂ 'ਚ ਨਾ ਦੇਣ ਲੱਗ ਜੇ। ਜਿਹੜਾ ਸਾਡੇ ਘਰ ਦੇ ਬਜਟ ਹੈ, ਜਿਹੜੇ ਸਾਡੀ ਦਵਾਈ ਬੂਟੀ ਹੈ, ਇਹ ਕਿਤੇ ਸਾਨੂੰ ਮੌਤ ਬੰਨੀ ਨਾ ਲੈ ਜਾਵੇ। ਜਦੋਂ ਜੇਬ ਖਾਲੀ ਹੋਵੇ, ਢਿੱਡ ਭੁੱਖਾ ਹੋਵੇ ਤੇ ਗਾਂ ਅੱਗੇ ਕੁਛ ਦੀਂਦਾ ਨਾ ਹੋਵੇ ਤੇ ਫਿਰ ਸੰਘਰਸ਼ ਤੋਂ ਬਾਅਦ ਗੇਟ ਰੈਲੀਆਂ ਤੋਂ ਸਿਵਾਏ, ਸਰਕਾਰ ਦੇ ਮੁਰਦਾਬਾਦ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਵੀ ਜੇ ਨਹੀਂ ਤੁਸੀਂ ਹੋਰ ਕੁਝ ਕਰਨਾ ਤਾਂ ਮੁਲਾਜ਼ਮਾਂ ਦੀਆਂ, PRTC ਦੇ ਮੁਲਾਜ਼ਮਾਂ ਦੀਆਂ, ਸਮੁੱਚੇ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਹੈ, ਜਿਹੜੀਆਂ ਅੱਗੇ 1-2 ਤਰੀਕ ਨੂੰ ਪਾ ਦਿੰਦੇ ਸੀਗੇ, ਉਹ ਤਾਂ ਟਾਈਮ ਨਾਲ ਪਾ ਦਿਆ ਕਰਨ। ਹੁਣ ਮਹੀਨਾ ਲੇਟ ਹੋ ਰਿਹਾ। ਅਸੀਂ ਤਾਂ ਅੱਗੇ ਬੋਨਸ ਦੀ ਮੰਗ ਵੀ ਕਰਦੇ ਸੀ, ਬੋਨਸ ਵੀ ਖਤਮ ਕਰਤਾ, ਹੋਰ ਸਹੂਲਤਾਂ ਖਤਮ ਕਰਤੀਆਂ। ਆ ਸਾਡੀਆਂ ਜਿਹੜੀਆਂ ਗੱਡੀਆਂ ਇਹਨਾਂ ਨੇ ਆਇਤੀ ਨਵਾਂ ਕੰਮ ਕਰਤਾ, ਮੰਥਲੀ ਪਾਤੀ, ਇਹਦਾ ਖਰਚ ਬਹੁਤ ਜ਼ਿਆਦਾ ਆ। ਲੇਲੈਂਡ ਗੱਡੀ ਆ ਜਿਹੜਾ, ਇਹਦਾ ਖਰਚ ਘੱਟ ਹੈ। ਇਹ ਤਕਰੀਬਨ ਜੇ ਖਰਾਬ ਵੀ ਹੋ ਜਾਵੇ ਤਾਂ ਮਾੜੇ ਜਿਹੇ ਸਹਾਰੇ ਦੇ ਨਾਲ ਗੇੜਾ ਵੀ ਲਾ ਦਿੰਦੀ ਹੈ। ਸੋ ਇਸ ਕਰਕੇ ਅਸੀਂ ਆਨੇ ਆ ਵੀ ਕਿਲੋਮੀਟਰ ਸਕੀਮ ਦੀ ਬਜਾਏ ਜੇ PRTC ਮੈਨੇਜਮੈਂਟ ਆਪਦੀਆਂ ਗੱਡੀਆਂ ਹੀ ਪਾਏ, ਨਾਲੇ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਨਾਲੇ PRTC ਦਾ ਅਦਾਰਾ ਜਿਹੜਾ ਇਹਦਾ ਖਰਚ ਘਟੂਗਾ। ਜੇ ਨਵੀਂ ਗੱਡੀ PRTC ਦੀ ਹੋਊ ਤਾਂ ਖਰਚ ਕੋਈ ਨਹੀਂ, ਇਕੱਲੇ ਤੇਲ ਦਾ ਖਰਚ ਹੋਊਗਾ। ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀਆਂ ਜਿਹੜਾ ਮੈਂ ਬੋਲ ਰਿਹਾ ਜਾਂ ਮੇਰੀ ਜਥੇਬੰਦੀ ਬੋਲ ਰਹੀ ਹੈ, ਜਾਂ ਸਾਡੀਆਂ ਜਿਵੇਂ ਏਟਕ ਹੈ, ਇੰਟਕ ਹੈ, ਕਰਮਚਾਰੀ ਦਲ ਹੈ, ਜਾਂ C2 ਹੈ, ਜਾਂ ਆਜ਼ਾਦ ਹੈ, ਜਾਂ ਹੋਰ ਜਥੇਬੰਦੀਆਂ ਰਲ ਕੇ ਮੰਗ ਕਰ ਰਹੀਆਂ ਵੀ ਜੇ PRTC ਗੱਡੀਆਂ ਆਪਦੀਆਂ ਪਾਵੇ, ਕਿਉਂ ਜੇ ਪ੍ਰਾਈਵੇਟ ਗੱਡੀ ਦਾ ਡਰਾਈਵਰ ਹੀ ਹੋ ਰਿਹਾ, ਉਹ ਸਵਾਰੀ ਨਹੀਂ ਚੱਕਦਾ, ਇਹ ਵੀ ਕੀ ਪਤਾ ਵੀ ਉਹ ਗੱਡੀ ਹੈ ਕਿਹਦੀ, ਇਹਦਾ ਕੋਈ ਪਤਾ ਨਹੀਂ ਹੁੰਦਾ। ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇੱਕ ਤਾਂ PRTC ਨੂੰ ਜਿਹੜੀਆਂ ਗੱਡੀਆਂ ਪਾਉਣੀਆਂ ਹੈ ਉਹ PRTC ਆਪਦੀਆਂ ਪਾਵੇ, ਵਰਕਰਾਂ ਨੂੰ ਰੈਗੂਲਰ ਕਰੇ, ਤਨਖਾਹਾਂ ਪੈਨਸ਼ਨਾਂ ਜੋ ਬਣਦੇ ਭੱਤੇ ਆ ਸਾਡੇ, ਉਹ ਸਰਕਾਰ ਰੈਗੂਲਰ ਸਹੀ ਸਮੇਂ ਤੇ ਕਰੇ। ਇਹ ਸਾਡੀ ਅਪੀਲ ਹੈ ਜੀ। ਕਿੰਨੇ ਮਹੀਨਿਆਂ ਤੋਂ ਪੈਂਡਿੰਗ ਪਈ ਹੈ ਸਰ? ਇਹ ਤਨਖਾਹ ਸਾਡੀ ਦੇਖੋ ਜੀ, ਜਿਹੜੀ ਪੈਂਡਿੰਗ ਨਹੀਂ, ਮਾਰਚ ਤੋਂ ਲੈ ਕੇ ਪੈਂਡਿੰਗ ਹੀ ਪਈ ਜਾਂਦੀ ਹੈ। ਆ 7ਵੇਂ ਮਹੀਨੇ ਦੀ ਤਨਖਾਹ 29 ਨੂੰ ਮਿਲੀ ਹੈ, ਉਦੋਂ ਪਹਿਲਾਂ 21-22 ਨੂੰ ਮਿਲੀ, ਫਿਰ ਇੱਕ ਵਾਰੀ 29 ਨੂੰ ਮਿਲੀ, ਉਦੋਂ ਪਹਿਲਾਂ ਫਿਰ ਇੱਕ ਵਾਰੀ 19 ਨੂੰ ਮਿਲੀ ਸੀ। ਸੋ ਜਦੋਂ ਦੀ ਇਹ ਸਰਕਾਰ ਆਈ ਹੈ, ਇਹਨਾਂ ਨੇ ਸਾਨੂੰ ਤੰਗ ਕਰਤਾ, ਸਾਡਾ ਜਿਹੜਾ ਬਜਟ ਹੈ ਉਹਨੂੰ ਹਿਲਾ ਕੇ ਰੱਖਤਾ। PRTC ਮੁਲਾਜ਼ਮਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਉਹਨਾਂ ਦੀਆਂ ਤਨਖਾਹਾਂ ਨਾ ਆਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ।